सिग्गू बॉर्डर ते किसानी अंदोलन चल रहा वा। सो बहुत सारिया तस्वीर इस अंदोलन दौरान देखने को मिलियां ने। सो एक तुहानूं तस्वीर दिखा दिंदे आ, इत्थे पंजाबी सत्थ चल रही है। सो पंजाब तो कई पिंडा च सत्थ जी बनी होंगी है। सो सिग्गू बॉर्डर से भी आके सत्थ जी बनाई गई है। गलबात कर लेने बाई जी उन्होंने। बाई जी अपना नाम दस दो, किहड़ी जगह तो आए हो तुसीं? मेरा नाम है जी इंदर बाजवा, पिंड बाजवा कलां, जिला जलंधर। सत्थ बनाई है, पंजाबी सत्थ नाम दिता गया दा, क्यों बनाई, की कारण? ਕਾਰਨ ਇਹ ਸੀਗਾ ਕਿਉਂਕਿ ਆਪਾਂ ਨੂੰ 20 ਦਿਨ ਤੋਂ ਉੱਪਰ ਹੋ ਗਿਆ ਹੋਣਾ ਆਲਰੇਡੀ, ਤੇ ਮੈਨੂੰ ਲੱਗਦਾ ਸੀ ਵੀ ਕਈ ਕਾਮਨ ਪਲੇਸ ਜਿਹੜੀ ਆਮ ਯੂਥ ਕੋਲ ਆ ਉਹ ਹੈ ਨਹੀਂਗਾ, ਕਿਉਂਕਿ ਸਾਡੀ ਲੀਡਰਸ਼ਿਪ ਨਾਲ ਵੀ ਗੱਲ ਨਹੀਂ ਹੋ ਰਹੀ ਸਿੱਧੀ ਤੋਂ ਇੱਕ ਸਾਨੂੰ ਜਗ੍ਹਾ ਚਾਹੀਦੀ ਸੀਗੀ। ਔਰ ਮੈਨੂੰ ਲੱਗਦਾ ਹੁੰਦਾ ਵੀ ਜਿਹੜੀ ਆਪਣੀ ਜਿਹੜੀ ਗੱਲਬਾਤ ਉਹ ਹੁੰਦੀ ਰਹਿਣੀ ਚਾਹੀਦੀ, ਚਰਚੇ ਚੱਲਦੇ ਰਹਿਣੇ ਚਾਹੀਦੇ ਆ, ਤੇ ਪਤਾ ਨਹੀਂ ਹੁੰਦਾ ਵੀ ਕਿਹੜਾ ਬੱਚੇ ਤੋਂ ਬੱਚਾ ਆ ਕੇ ਵੀ ਬਹੁਤ ਵਧੀਆ ਆਈਡੀਆ ਦੇ ਸਕਦਾ ਜਿਹੜਾ ਸਾਨੂੰ, ਤਾਂ ਕਿ ਜਿਹੜਾ ਸੰਘਰਸ਼ ਆ ਉਹ ਤਿੱਖਾ ਹੋ ਜਾਵੇ ਤੇ ਅੱਗੇ ਨੂੰ ਵਧੇ। ਸੋ ਸੱਤ ਬਣਾਉਣ ਦਾ ਮਕਸਦ ਇਹ ਸੀ ਕਿ ਇੱਥੇ ਆ ਕੇ ਚਰਚਾਵਾਂ ਹੋਣ, ਇਸ ਅੰਦੋਲਨ ਨੂੰ ਕਿਸ ਤਰ੍ਹਾਂ ਕਾਮਯਾਬ ਕੀਤਾ ਜਾ ਸਕਦਾ, ਕਿਸ ਤਰ੍ਹਾਂ ਜੰਗ ਜਿਹੜੀ ਜਿੱਤੀ ਜਾ ਸਕਦੀ ਹੈ। ਹਾਂਜੀ ਬਿਲਕੁਲ। ਔਰ ਦੂਸਰੀ ਗੱਲ ਮੈਨੂੰ ਲੱਗਦਾ ਵੀ ਸਾਡੇ ਕੋਲ ਮੌਕਾ ਵਾ, ਜੋ ਮੈਂ ਪਿਛਲੇ 5-6 ਸਾਲ ਤੋਂ ਕੰਮ ਕਰ ਰਿਹਾ ਸੋਸ਼ਲ ਵਰਕਰ, ਐਜ਼ ਅ ਸੋਸ਼ਲ ਵਰਕਰ। ਸੋ ਉਹਦੇ ਵਿੱਚ ਇੱਥੇ ਮੈਨੂੰ ਓਪਰਚੁਨਿਟੀ ਦਿਖਦੀ ਹੈ, ਮੈਨੂੰ ਐਨਰਜੀ ਦਿਖਦੀ ਆ ਕਿ ਉਹਨੂੰ ਚੈਨਲਾਈਜ਼ ਕੀਤਾ ਜਾ ਸਕਦਾ। ਹੋ ਸਕਦਾ ਵੀ ਕਿਸੇ ਬੱਚੇ ਨੂੰ ਚੂੰਡ ਨਾ ਪਈ ਹੋਵੇ ਵੀ ਜੇ ਉਹ ਕਿਤਾਬਾਂ ਪੜ੍ਹਨੀਆਂ ਚਾਹੁੰਦਾ ਜਾਂ ਨਹੀਂ, ਉਹਨੂੰ ਪਤਾ ਹੀ ਨਹੀਂ ਹੁੰਦਾ। ਸੋ ਇੱਥੇ ਇੱਕ ਇੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਵਾ ਵੀ ਜਿੱਥੇ ਆ ਕੇ ਹਰ ਨੌਜਵਾਨ ਬੱਚਾ ਜਾਂ ਬਜ਼ੁਰਗ ਜਦੋਂ ਦੇਖਦੇ ਆ ਨਾ, ਬਜ਼ੁਰਗਾਂ ਨੂੰ ਪੜ੍ਹਦੇ ਦੇਖਦੇ ਆ, ਤੇ ਉਹ ਆਪਣੇ ਆਪ ਨਾਲ ਜੁੜਦੇ ਆ। ਜੇ ਕਿਸੇ ਦੇ ਅੱਖਰ ਇੱਕ ਪੱਲੇ ਪੈ ਗਿਆ ਹਨਾ, ਤੇ ਉਹਦੀ ਜ਼ਿੰਦਗੀ ਅੱਗੇ ਬਦਲ ਜਾਣੀ ਆ, ਉਹਨੂੰ ਚੂੰਡ ਲੱਗ ਜਾਣੀ ਪੜ੍ਹਨ ਦੀ, ਪੜ੍ਹਨ ਲਿਖਣ ਗਿਆ ਤੇ ਆਪਣਾ ਅੱਗੇ ਦੀ ਅੱਗੇ ਜਿਹੜਾ ਵਧੂਗਾ। ਔਰ ਮੈਨੂੰ ਲੱਗਦਾ ਕਿ ਇਹ ਜਿਹੜਾ ਸਮਾਂ ਵਾ ਉਹਨੂੰ ਬਹੁਤ ਸੁਚੱਜੇ ਤਰੀਕੇ ਨਾਲ ਜਿਹੜਾ ਯੂਟੀਲਾਈਜ਼ ਕੀਤਾ ਜਾ ਸਕਦਾ, ਤੇ ਉਹੀ ਬਸ ਉਪਰਾਲਾ ਵਾ। ਤੇ ਇੱਥੇ ਹੁਣ 8 ਤੋਂ 10 ਰੋਜ਼ ਮੀਟਿੰਗ ਹੁੰਦੀ ਆ ਹਨਾ, ਵੀ ਜਿੱਥੇ ਮੁੰਡੇ ਕੁੜੀਆਂ ਇਕੱਠੇ ਬਹਿੰਦੇ ਆ, ਉਹਦੇ ਵਿੱਚ ਆਪਦੀ ਕਵਿਤਾ ਸੁਣਾਉਂਦਾ, ਕੋਈ ਗੀਤ ਸੁਣਾਉਂਦਾ, ਕੋਈ ਦਿਲ ਦੇ ਵਲਵਲੇ ਦੱਸਦਾ ਵੀ ਕੀ ਆ ਵਲਵਲੇ ਤੇ ਕਿੱਦਾਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਵਾ। ਔਰ ਸਭ ਤੋਂ ਵੱਡਾ ਗੱਲ ਆ ਵੀ ਜਿੱਦਾਂ ਬੜਵਾ ਪਿੰਡ ਤੋਂ ਮੁੰਡੇ ਆ ਨਾ, ਹੋਰ ਗੈਰੀ ਆ ਵੀਰ, ਸੋ ਇਹ ਸਾਰੇ ਦੇ ਸਾਰੇ ਜਿਹੜਾ ਇੱਕ ਤਾਂ ਕੰਮ ਸਿੱਖ ਰਹੇ ਨਾ ਕਿ ਕਮਿਊਨਿਟੀ 'ਚ ਜਿੱਦਾਂ ਇਹਨਾਂ ਨੇ ਸੱਥ ਦਾ ਐਕਸਪੀਰੀਅੰਸ ਪਹਿਲਾਂ ਨਹੀਂ ਸੀ, ਜਿੱਦਾਂ ਹੁਣੇ ਦੱਸ ਰਿਹਾ ਸੀ ਮੈਨੂੰ। ਸੋ ਉਹਨਾਂ ਨੇ ਵੀ ਇੱਕ ਐਕਸਪੀਰੀਅੰਸ ਹੋ ਗਿਆ ਜਦੋਂ, ਤੇ ਉਹਦੇ ਨਾਲ ਉਹਨਾਂ ਨੂੰ ਇੱਕ ਸੇਧ ਮਿਲ ਰਹੀ ਆ, ਤੇ ਸੁਪਨਾ ਕ੍ਰੀਏਟ ਕਰ ਰਿਹਾ ਵੀ ਅਸੀਂ ਪਿੰਡ ਜਾ ਕੇ ਵੀ ਇੱਦਾਂ ਦਾ ਕੁਝ ਕਰਾਂਗੇ ਹੈ ਨਾ। ਤੇ ਇੱਕ ਵੱਧ ਤੋਂ ਵੱਧ ਮੈਨੂੰ ਇਹ ਲੱਗ ਰਿਹਾ ਕਿ ਇੱਥੇ ਸ਼ਕਲ ਮਤਲਬ ਮੂੰਹ ਦਿਖਾਈ ਨਹੀਂ ਹੁੰਦੀ ਗੀ, ਇੱਥੇ ਐਕਚੁਅਲੀ ਤੁਸੀਂ ਜਾਣ ਪਾਉਂਦੇ ਹੋ ਬੰਦੇ ਨੂੰ ਹੈ ਨਾ, ਉਹਦਾ ਮੁੱਢਲਾ ਸੁਭਾਅ ਕੀ ਆ, ਉਹਦੀ ਮੁੱਢਲਾ ਮਤਲਬ ਸੋਚ ਕਿੱਦਾਂ ਦੀ ਆ, ਤੇ ਤਬਦੀਲੀ ਆਉਣ ਦੇ ਮਤਲਬ ਇੱਥੇ ਬਹੁਤ ਸਾਰੇ ਚਾਂਸ ਆ। ਜਿਵੇਂ ਤੁਸੀਂ ਦੱਸਿਆ ਕਿ ਸੱਥ ਦੇ ਵਿੱਚ ਵਿਚਾਰ ਜਿਹੜੇ ਆ ਸਾਂਝੇ ਕੀਤੇ ਜਾਂਦੇ ਨੇ, ਕੋਈ ਗੀਤ ਸੁਣਾਉਂਦਾ ਵਾ, ਕੋਈ ਆਪਣੀ ਸ਼ਾਇਰੀ ਜਿਹੜੀ ਆ ਉਹ ਸੁਣਾਉਂਦਾ ਵਾ। ਸੋ ਇਸ ਸੱਥ ਦੇ ਵਿੱਚ ਬਹੁਤ ਸਾਰੇ ਕਿਸਾਨ ਆਏ ਨੇ, ਹਾਲਾਂਕਿ ਉਹ ਪਿੰਡਾਂ ਦੇ ਵਿੱਚ ਆਪਣੀ ਸੱਥ ਲਗਾਉਂਦੇ ਸੀਗੇ, ਉਹਨਾਂ ਨੂੰ ਸੱਥ ਜਿਹੜੀ ਇੱਥੇ ਨਹੀਂ ਮਿਲ ਰਹੀ ਸੀਗੀ। ਸੋ ਉਹ ਸੱਥ ਉਸ ਤਰ੍ਹਾਂ ਦੀ ਨਹੀਂ ਬਣਾ ਸਕੇ, ਪਰ ਇੱਕ ਟੈਂਪਰੇਰੀ ਸੱਥ ਉਹ ਟਾਈਮ ਪਾਸ ਕਰਨ ਲਈ ਇੱਕ ਬਣਾ ਦਿੱਤੀ ਗਈ ਆ। ਸੋ ਕਿਸ ਤਰ੍ਹਾਂ ਦੇ ਕਿਸਾਨਾਂ ਦੇ ਵਿਚਾਰ ਜਿਹੜੇ ਸੁਣਨ ਨੂੰ ਮਿਲੇ ਹੁਣ ਤੱਕ ਤੁਹਾਨੂੰ? ਸੋ ਕਿਸਾਨਾਂ ਦੇ ਇੱਕ ਤਾਂ ਮੈਨੂੰ ਜਿਹੜਾ ਬਿਲਕੁਲ ਦਹਿਲਾਉਣ ਵਾਲਾ ਵੀ ਆ, ਤੇ ਅੰਦਰ ਇਨਕਲਾਬ ਪਾਉਣ ਵਾਲਾ ਵੀ ਆ, ਔਰ ਇੱਕ ਆਤਮ ਵਿਸ਼ਵਾਸ ਤੇ ਵਿਸ਼ਵਾਸ ਨਾ ਸਾਰੇ ਸੰਘਰਸ਼ ਪ੍ਰਤੀ ਪੈਦਾ ਕਰਦਾ। ਵੀ ਜਿੱਦਾਂ ਇੱਥੇ ਇੱਕ ਹੀ ਪਿੱਛੇ ਹੈ ਨਾ ਸ਼ੱਕੀ ਜਿਹਾ ਬੰਦਾ ਆਇਆ, ਤੇ ਵੀ ਜਿਹਨਾਂ ਨੂੰ ਸ਼ੱਕ ਸੀਗੀ ਵੀ ਇਹ ਕੋਈ ਨਾ ਕੋਈ ਇਹ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਦਾ, ਤੇ ਉਹਨਾਂ ਨੇ ਮਤਲਬ ਖਹਿ ਕੇ ਉਹਨੂੰ ਇੱਦਾਂ ਦਾ ਕਰਤਾ ਵੀ ਲੋਕੀ ਕਹਿੰਦੇ ਵੀ ਸਾਡਾ ਆਪਦਾ ਸੰਘਰਸ਼ ਆ, ਅਸੀਂ ਆਪਦੇ ਨਿਆਣਿਆਂ ਲਈ ਆਏ ਆ, ਆਪਦੇ ਲਈ ਆਏ ਆ। ਤੇ ਜਦੋਂ ਕਹਾਣੀਆਂ ਸੁਣਾਉਂਦਾ, ਕੋਈ ਮੋਟਰਸਾਈਕਲ ਤੇ ਆਇਆ ਅਬੋਹਰ ਤੋਂ, ਕਿਸੇ ਦੇ ਘਰ ਦੇ ਲੜਦੇ ਸੀ ਹੈ ਨਾ, ਕਿਸੇ ਦੀ ਘਰ ਵਾਲੀ ਲੜ ਪਈ ਵੀ, ਤਾਂ ਵੀ ਉਹ ਸੰਘਰਸ਼ 'ਚ ਆਏ ਆ। ਸੋ ਮਤਲਬ ਇੱਕ ਨਹੀਂ ਗੀ, ਬਹੁਤ ਸਾਰੀਆਂ ਗਾਥਾਵਾਂ, ਬਹੁਤ ਸਾਰੀਆਂ। ਮਤਲਬ ਸ਼ੱਕੀ ਬੰਦਾ ਅੰਦੋਲਨ ਤੁਹਾਡਾ ਖਰਾਬ ਕਰਨ ਆਇਆ ਸੀ, ਪਰ ਉਹਨੂੰ ਕਹਾਣੀਆਂ ਇਹੋ ਜਿਹੀ ਸੁਣਾਈਆਂ ਕਿ ਉਹ ਫਿਰ ਉਸ ਤੋਂ ਬਾਅਦ ਕੀ ਹੋਇਆ? ਸੋ ਮਤਲਬ ਇੱਦਾਂ ਮੈਂ ਵੀ ਕਹਾਣੀਆਂ ਨਹੀਂ, ਮਤਲਬ ਹਰ ਕੋਈ ਸਿਪਾਹੀ ਆ ਨਾ, ਤੇ ਹਰ ਕੋਈ ਮਤਲਬ ਆਪਦਾ ਹੀ ਸੈਨਾਪਤੀ ਆ, ਆਪ ਹੀ ਲੀਡਰ ਆ, ਤੇ ਹਰ ਕੋਈ ਆਪਦੀ ਜ਼ਿੰਮੇਵਾਰੀ ਸਮਝ ਰਿਹਾ। ਸੋ ਇੱਥੇ ਜਦੋਂ ਕਿਸੇ ਵੀ ਸੋਚ ਨੂੰ ਜਾਂ ਕਿਸੇ ਵੀ ਹੈ ਨਾ ਇੱਕ ਮਕਸਦ ਨੂੰ ਪੂਰਾ ਕਰਨਾ ਹੋਵੇ, ਤਾਂ ਮੈਨੂੰ ਲੱਗਦਾ ਕਮਿਊਨਿਟੀ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਆ। ਇਕੱਲਾ ਬੰਦਾ ਵੱਡਾ ਨਹੀਂ ਹੁੰਦਾ, ਤੇ ਇਕੱਲੇ ਜਿਹੜੇ ਫਿਰ ਰਹੇ ਸੀਗੇ ਹੁਣ ਇੱਥੇ ਕਮਿਊਨਿਟੀ ਬਣ ਗਈ ਆ। ਤੇ ਜਦੋਂ ਇਕੱਲਾ ਹੀ ਇੱਕ ਸਿਪਾਹੀ ਹੋਇਆ, ਆਪਣੇ ਆਪ 'ਚ ਸੈਨਿਕ ਆ, ਆਪ ਹੀ ਆਪਦਾ ਪ੍ਰਜਾਪਤੀ ਆ, ਆਪ ਹੀ ਰਾਜਾ ਹੈ ਨਾ, ਤੇ ਉਹ ਸਾਰੇ ਦੇ ਸਾਰੇ ਜ਼ਿੰਮੇਵਾਰੀ ਲੈ ਕੇ ਇੱਦਾਂ ਦੇ ਬੰਦੇ ਨੂੰ ਝੱਟ ਪਛਾਣਦੇ ਆ, ਤੇ ਉਹਨਾਂ ਨੂੰ ਵੀ ਮਤਲਬ ਕਹਿੰਦੇ ਭਾਜੀ। ਜਦੋਂ ਇੱਥੇ ਸੱਥ ਬਣਾਉਣੀ ਸੀ, ਕਿਸ ਤਰ੍ਹਾਂ ਦੇ ਵਿਚਾਰ ਕੀਤੇ ਗਏ, ਕਿਸ ਤਰ੍ਹਾਂ ਲੋਕ ਇਕੱਠੇ ਹੋਏ, ਕਿਸ ਤਰ੍ਹਾਂ ਸੱਥ ਬਣਾਉਣ ਦਾ ਵਿਚਾਰ ਹੋਇਆ? ਮੈਨੂੰ
ਇਹ ਲੱਗਦਾ ਹੁੰਦਾ ਵੀ ਕੋਈ ਵੀ ਆਈਡੀਆ ਜੋ ਤੁਹਾਡੇ ਦਿਮਾਗ 'ਚ ਆਇਆ ਤੇ ਉਹ ਦੱਸਣਾ ਸ਼ੇਅਰ ਕਰਨਾ ਬਹੁਤ ਜ਼ਰੂਰੀ। ਜਿੱਦਾਂ ਕੁਝ ਦਿਨਾਂ ਤੋਂ ਪਹਿਲਾਂ ਮੈਂ ਸ਼ੇਅਰ ਕਰਦਾ ਰਿਹਾ ਨਾ, ਯਾਰ ਇਦਾਂ ਦੀ ਜਗ੍ਹਾ ਹੋਣੀ ਚਾਹੀਦੀ, ਸਾਂਝੀ ਸੱਥ ਹੋਣੀ ਚਾਹੀਦੀ, ਇੱਥੇ ਸਾਂਝਾ ਜਿਮ ਹੋਣਾ ਚਾਹੀਦਾ, ਕਿਉਂਕਿ ਬਹੁਤ ਸਾਰਾ ਯੂਥ ਆਇਆ ਹੈ ਨਾ, ਕੋਈ ਬੁੱਧੀਜੀਵੀ ਜਿਹੜੇ ਪੜ੍ਹਨ ਵਾਲੇ ਆ ਤੇ ਕੁਛ ਜਿਹੜੇ ਮੁੰਡੇ ਆ ਜਿਨ੍ਹਾਂ 'ਚ ਜਾਨ ਬਹੁਤ ਆ, ਟ੍ਰੇਨਿੰਗ ਲਈ ਉਹਨਾਂ ਨੂੰ ਸਮਾਂ ਵੀ ਨਹੀਂ ਮਿਲ ਪਾਉਂਦਾ ਤੇ ਉਹਨਾਂ ਦੀ એનર્ਜੀ ਚੈਨਲਾਈਜ਼ ਨਹੀਂ ਹੁੰਦੀ। ਅਗਲਾ ਇਨੀਸ਼ੀਏਟਿਵ ਇਹ ਹੋਣਾ ਸਾਡਾ। ਸੋ ਇੱਥੇ ਵੀ ਜਿੱਥੇ ਆਪਾਂ ਖੜੇ ਆ ਇਸ ਵਕਤ ਹੈ ਨਾ, ਐਗਜ਼ੈਕਟਲੀ ਇੱਥੇ ਮੁੰਡੇ ਆਏ, ਅਸੀਂ ਗੁਰੂ ਤੇਗ ਬਹਾਦਰ ਮੈਮੋਰੀਅਲ ਗਏ ਸੀਗੇ, ਉੱਥੇ ਕਿਸੇ ਨੇ ਮਿਊਜ਼ਿਕ ਲਾਤਾ ਤੇ ਮੈਂ ਇਕੱਲਾ ਹੀ ਭੰਗੜਾ ਪਾਉਣ ਲੱਗ ਪਿਆ। ਜਦੋਂ ਇਕੱਲਾ ਭੰਗੜਾ ਪਾਉਣ ਲੱਗਾ ਤੇ ਭੰਗੜਾ ਪਾਉਂਦੇ ਪਾਉਂਦੇ ਵੀ ਬਹੁਤ ਸਾਰੇ ਮੁੰਡੇ ਆ ਗਏ, ਮਤਲਬ 100-150 ਮੁੰਡਾ ਆ ਕੇ, ਮਤਲਬ ਇੱਕ ਗੀਤ ਖਤਮ ਹੋਣ ਤੋਂ ਪਹਿਲਾਂ ਉਹ ਸਾਰੇ ਦਾ ਸਾਰਾ ਗਰਾਊਂਡ ਭਰ ਗਿਆ। ਤੇ ਉਹੀ ਗੱਲ ਇਹਨਾਂ ਨੇ ਮੁੰਡਿਆਂ ਨੇ ਕਹਿੰਦੇ ਭਾਜੀ ਭੰਗੜਾ ਵਧੀਆ ਪਾਇਆ ਸੀ। ਤੇ ਮੈਂ ਗੱਲਬਾਤ ਕਰਨ ਲੱਗਾ, ਗੱਲਬਾਤ ਕਰਦੇ ਕਰਦੇ ਇੱਥੇ ਹੀ ਦੇਖਿਆ ਸੀ ਕਿ ਆਹੀ ਜਗ੍ਹਾ ਸੋਹਣੀ ਆ ਸੱਥ ਬਣਾਉਣ ਲਈ, ਤੇ ਕਿਉਂ ਨਾ ਆਪਾਂ ਸੱਥ ਬਣਾਈਏ। ਤੇ ਫਿਰ ਤਾਂ ਜਿੱਦਾਂ ਇਹ ਮੁੰਡਾ ਬੜਵਾ ਸਾਹਿਬ ਲਾਣੇਦਾਰ ਆ, ਉਹ ਬੜਵਾ ਸਾਹਿਬ ਆਜੋ, ਵੀ ਜਿੱਦਾਂ ਇਹ ਇੱਥੇ ਮਿਲ ਗਏ ਹੈ ਨਾ ਇਸੇ ਜਗ੍ਹਾ ਤੇ ਐਗਜ਼ੈਕਟਲੀ, ਤੇ ਇਹ ਮਿਲ ਗਏ। ਫਿਰ ਆਈਡੀਆ ਤੋਂ ਬਾਅਦ ਤਾਂ ਇਹਨਾਂ ਨੇ ਹਨੇਰੀ ਲਿਆਤੀ ਹੈ ਨਾ, ਵੀ ਸਾਰੀਆਂ ਜ਼ਿੰਮੇਵਾਰੀਆਂ। ਜਾਣ ਪਛਾਣ ਸੀ ਪਹਿਲਾਂ ਕਿ ਇੱਥੇ ਮਿਲ ਜਾਣ ਪਛਾਣ ਤੇ ਇਦਾਂ ਵਾ ਵੀ ਕਹਿੰਦੇ ਵੀ ਓਪਰਾ ਨਜ਼ਰ ਨਹੀਂ ਆਉਂਦਾ, ਸਾਰਾ ਪਿੰਡ ਮਿੱਤਰਾਂ ਦਾ ਹੈ ਨਾ, ਵੀ ਇੱਥੇ ਸਾਰੇ ਆਪਦੇ ਹੀ ਆ, ਕੋਈ ਹੈ ਹੀ ਨਹੀਂ, ਜਾਣ ਪਛਾਣ ਦੀ ਲੋੜ ਹੀ ਨਹੀਂ, ਜਿਹਨੂੰ ਮਰਜ਼ੀ ਬੁਲਾ ਲਓ। ਸੋ ਬਾਈ ਜੀ ਉਹਨਾਂ ਨਾਲ ਗੱਲ ਕਰ ਲੈਂਦੇ। ਬਾਈ ਜੀ ਵਿਚਾਰ ਉਹਨਾਂ ਨੇ ਦੱਸਿਆ ਕਿ ਸੱਥ ਬਣਾਉਣ ਦਾ ਆਈਡੀਆ ਕਿਸ ਤਰ੍ਹਾਂ ਆਇਆ, ਕਿਸ ਤਰ੍ਹਾਂ ਇੱਥੇ ਸੱਥ ਬਣਾਈ ਗਈ। ਸੋ ਹੁਣ ਕਿਸ ਤਰ੍ਹਾਂ ਦੇ ਲੋਕ ਇੱਥੇ ਆ ਰਹੇ ਨੇ, ਕਿਸ ਤਰ੍ਹਾਂ ਦੇ ਵਿਚਾਰ ਜਿਹੜੇ ਸਾਂਝੇ ਹੋ ਰਹੇ ਨੇ ਹੁਣ? ਵੀਰ ਜੀ ਆਪਾਂ ਤਾਂ ਜਿਹੜਾ ਆਪਾਂ ਦਾ ਇਹ ਉਪਰਾਲਾ ਸੀਗਾ ਸਾਰੇ ਨੌਜਵਾਨਾਂ ਦਾ, ਇਹਨੂੰ ਭਰਵਾਂ ਹੁੰਗਾਰਾ ਮਿਲ ਰਿਹਾ। ਉਸ ਤੋਂ ਬਾਅਦ ਵੀ ਜਿਹੜੇ ਇੱਥੋਂ ਚੰਗੇ ਲਿਟਰੇਚਰ ਦੇ ਸ਼ੌਕੀਨ ਹੈ ਉਹ ਸਾਨੂੰ ਐਪਰੀਸ਼ੀਏਟ ਕਰਦੇ ਵੱਧ ਤੋਂ ਵੱਧ ਕਿ ਹਾਂ ਇਹ ਬਹੁਤ ਵਧੀਆ ਹੈ। ਪਰ ਆਪਾਂ ਨੌਜਵਾਨਾਂ ਨੂੰ ਵੀ ਹੋਰ ਵੀ ਜਿਹੜੇ ਫ੍ਰੀ ਫਿਰਦੇ ਆ ਉਹਨਾਂ ਵਾਸਤੇ ਵੀ ਸੇਧ ਦਿੰਦੇ ਵੀ ਇੱਥੇ ਹੋਰ ਘੁੰਮਣ ਨਾਲੋਂ ਇੱਥੇ ਕਿਤਾਬਾਂ ਪੜ੍ਹ ਕੇ ਕਿਉਂ ਨਾ ਆਪਾਂ ਇੱਕ ਡਿਸਪਲਿਨ ਵੀ ਬਣਾਈ ਰੱਖੀਏ ਕਿ ਇਸ ਨੌਲੇਜ ਵੀ ਮਿਲ ਜੇ ਨੌਲੇਜ ਵੀ ਬਣਦੀ ਹੈ। ਹਾਂਜੀ। ਸੋ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਨਾ। ਬਾਈ ਜੀ ਆਪਣਾ ਨਾਮ ਦੱਸ ਦਿਓ, ਕਿਹੜੀ ਜਗ੍ਹਾ ਤੋਂ ਆਏ ਸੀ? ਮੇਰਾ ਨਾਮ ਸੁਖਵਿੰਦਰ ਸਿੰਘ ਬੜਵਾ, ਮੈਂ ਸ਼੍ਰੀ ਅਨੰਦਪੁਰ ਸਾਹਿਬ ਪੰਜਾਬ ਤੋਂ ਆਇਆ ਜੀ। ਸੋ ਸੱਥ ਬਾਰੇ ਥੋੜਾ ਜਿਹਾ ਵਿਚਾਰ ਸਾਂਝੇ ਕਰੋ ਸਾਡੇ ਨਾਲ। ਤੇ ਬਾਈ ਜੀ ਤੁਹਾਨੂੰ ਪਹਿਲਾਂ ਬਾਈ ਹੁਣੇ ਵੀ ਦੱਸ ਦਿੱਤਾ ਹੈ ਸੱਥ ਬਾਰੇ। ਅਸੀਂ ਸਾਡੀ ਮੇਨ ਸਭ ਤੋਂ ਜਦੋਂ ਅਸੀਂ ਪਹਿਲੇ ਦਿਨ ਮਿਲੇ ਸੀਗੇ ਨਾ, ਸਾਨੂੰ ਅਨੁਸ਼ਾਸਨ ਦੀ ਪ੍ਰੋਬਲਮ ਜ਼ਿਆਦਾ ਦਿਖਦੀ ਸੀਗੀ। ਸਾਡੀਆਂ 2-3 ਗੱਲਾਂ ਇੱਥੇ ਸਾਂਝੀਆਂ ਹੁੰਦੀਆਂ ਰਹੀਆਂ ਤੇ ਹੁਣ ਅਸੀਂ ਜਿਵੇਂ ਸਾਡੀ ਸੱਥ ਚੱਲੀ ਰਹੀ ਹੈ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਆਉਂਦੇ ਨੇ, ਵਿਚਾਰ ਵਟਾਂਦਰੇ ਦੱਸਦੇ ਨੇ। ਸਭ ਤੋਂ ਮੇਨ ਇੱਥੇ ਸਫਾਈ ਦਾ ਵੀ ਕੀਤਾ ਹੈ। ਅਸੀਂ ਟੀਮ ਰੋਜ਼ ਸਾਡੀ ਡੇ ਬਾਈ ਡੇ ਟੀਮ ਵੱਧ ਰਹੀ ਹੈ। ਅਸੀਂ ਜੋ ਵੀ ਸਫਾਈ ਲਈ ਗਾਰਬੇਜ ਬੈਗ, ਡਰਮ ਜਾਂ ਝਾੜੂ, ਤੇ ਉਹਨਾਂ ਨਾਲ ਆਪਾਂ ਸਾਰੇ ਕਾਫਲੇ ਦੀ ਸਫਾਈ ਕਰਾਂਗੇ ਆਪਣੀ ਟੀਮ ਦੇ ਵਿੱਚ। ਇਹ ਦਿਨ ਵੰਡਾਂਗੇ ਆਪਾਂ, ਇੱਕ ਦਿਨ ਸਫਾਈ ਲਈ। ਤੇ ਬਾਕੀ ਮੇਨ ਸਭ ਤੋਂ ਬੜੀ ਪ੍ਰੋਬਲਮ ਇੱਥੇ ਆ ਕੇ ਦੱਸਦੇ ਜੋ ਵੀ ਨੌਜਵਾਨ ਵੀ ਜੋ ਵੀ ਸਾਡੇ ਡੋਨਰ ਬਹੁਤ ਨੇ ਪੰਜਾਬ 'ਚ, ਦਿੱਲੀ 'ਚ, ਤੇ ਉਹ ਸੇਵਾ ਕਰਦੇ ਨੇ, ਸਟੇਜ ਕੋਲ ਪਹੁੰਚ ਜਾਂਦੇ ਨੇ। ਜਦੋਂ ਸਟੇਜ ਕੋਲ ਪਹੁੰਚਦੇ ਨੇ ਉੱਥੇ ਲੋਕਾਂ ਕੋਲ ਸਮਾਨ ਦੇ ਦਿੰਦੇ, ਉਹ ਜ਼ਰੂਰਤਮੰਦ ਲੋੜ ਕੋਲ ਨਹੀਂ ਪੁੱਜ ਰਿਹਾ, ਉਹ ਵੇਸਟੇਜ ਹੋ ਰਹੀ ਹੈ ਉਸ ਚੀਜ਼ ਦੀ। ਸਾਡੀ ਟੀਮ ਨੇ ਇੱਕ ਮੈਪ ਤਿਆਰ ਕੀਤਾ ਪੂਰੇ ਕਾਫਲੇ ਦਾ, ਉਹਦੇ ਵਿੱਚ ਜਿੰਨੇ ਵੀ ਲੰਗਰ ਚੱਲਦੇ ਨੇ, ਚੁੱਲ੍ਹੇ ਚੱਲਦੇ ਨੇ, ਅਸੀਂ ਤੁਹਾਡੇ ਇਸ ਚੈਨਲ ਮਾਧਿਅਮ ਰਾਹੀਂ ਵੀ ਵੈਸੇ ਵੀ ਸਾਰਿਆਂ ਨੌਜਵਾਨ ਵੀਰਾਂ ਨੂੰ ਬੇਨਤੀਆਂ ਕਰਦੇ ਨੇ ਵੀ ਸੱਥ ਤੋਂ ਆ ਕੇ ਡਿਟੇਲ ਲੈ ਲਓ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਆ, ਵੀ ਉਹ ਪੂਰਤੀ ਹੋਵੇ, ਨਾ ਕਿ ਵੇਸਟ ਜਾਵੇ। ਬਿਲਕੁਲ। ਪਿਛਲੇ ਦਿਨ ਸਟੇਜ ਤੇ ਵੀ ਅਨਾਉਂਸਮੈਂਟ ਹੋਇਆ ਸੀ ਕਿ ਲੰਗਰ ਜਿਹੜੇ ਲਗਾਏ ਗਏ ਨੇ, ਚਾਹੇ ਉਹ ਟਰੈਕਟਰ ਟਰਾਲੀਆਂ ਵੀ ਆਪਣਾ ਪ੍ਰਸ਼ਾਦੇ ਬਣਾ ਰਹੀਆਂ, ਉਹ ਨਾਲ ਲੰਗਰਾਂ 'ਚ ਜਾ ਕੇ ਲੰਗਰ ਛਕਣ, ਆਪਣਾ ਰਾਸ਼ਨ ਪਾਣੀ ਉਹਨਾਂ ਹੁੰਦੇ ਨੇ, ਕਿਉਂਕਿ ਲੰਗਰ ਦੀ ਵੇਸਟੇਜ ਵੀ ਜਿਹੜੀ ਆ ਬਹੁਤ ਜ਼ਿਆਦਾ ਹੋ ਰਹੀ ਆ। ਇਹ ਸਟੇਜ ਤੇ ਵੀ ਇੱਕ ਬੁਲਾਰੇ ਨੇ ਕਿਹਾ ਸੀਗਾ। ਬਿਲਕੁਲ ਇਹ ਹੋ ਰਿਹਾ ਜਿੱਦਾਂ ਇੱਕ ਵੀ ਆਈਡੀਆ ਸ਼ੇਅਰ ਕੀਤਾ ਸੀ ਕਿ 500 ਮੀਟਰ ਤੇ ਲੰਗਰ ਬਣਾਏ ਜਾਣ ਜਾਂ 1 ਕਿਲੋਮੀਟਰ ਤੇ ਲੰਗਰ ਬਣਾਏ ਜਾਣਗੇ। ਬਿਲਕੁਲ ਸਰ, ਇਹ ਆਪਾਂ ਸਟੇਜ ਦੀਆਂ ਜੋ ਸਾਨੂੰ ਥੱਲੇ ਮੈਸੇਜ ਆ ਰਹੇ ਨੇ ਉਹਨਾਂ ਦੇ ਉਹ ਨਿਭਾ ਰਹੇ ਹਾਂ। ਅਸੀਂ ਉਹਨਾਂ ਦੀ ਜ਼ਿੰਮੇਵਾਰੀ ਹੌਲੀ ਕਰ ਰਹੇ ਹਾਂ ਥੋੜੀ ਜੀ, ਕਿਉਂਕਿ ਵੱਡੇ ਕਾਫਲੇ ਨੂੰ ਸਟੇਜ ਨਹੀਂ ਕਵਰ ਕਰ ਸਕਦੀ ਹੈ। 12 ਕਿਲੋਮੀਟਰ ਦੇ ਕਰੀਬ ਹੈ। ਤੇ ਨਾਲ ਗੋਲਡੀ ਬਾਈ ਹੁਣੀ, ਬਾਜਵਾ ਸਾਹਿਬ ਹੁਣੀ, ਹੁਣ ਅਸੀਂ ਪਲਾਨ ਕਰ ਰਹੇ ਹਾਂ ਦੂਜਿਆਂ ਬਾਰਡਰਾਂ ਤੇ ਵੀ ਆਪਣਾ ਇਦਾਂ ਦਾ ਛੋਟਾ ਜਿਹਾ ਪੁਆਇੰਟ ਖੋਲੀਏ ਤੇ ਉਹਨਾਂ ਤੇ ਵੀ ਇਹ ਪੂਰਤੀਆਂ ਅਸੀਂ ਜਿਹੜੀਆਂ ਘਾਟਾਂ ਸਾਨੂੰ ਆ ਰਹੀਆਂ। ਤੁਸੀਂ ਕਿਹੜੇ ਪਿੰਡ ਤੋਂ? ਮੇਰਾ ਪਿੰਡ ਬੜਵਾ ਹੈ, ਸ਼੍ਰੀ ਅਨੰਦਪੁਰ ਸਾਹਿਬ। ਪਿੰਡ ਦੇ ਸੱਥ 'ਚ ਬੈਠੇ ਹੋ? ਫਿਲਹਾਲ ਤਾਂ ਮੈਂ ਦੁਬਈ ਸੀਗਾ ਜੀ। ਅੱਛਾ, ਦੁਬਈ। ਤੇ ਇਸ ਅੰਦੋਲਨ ਦਾ ਹੁਣ ਹਿੱਸਾ ਬਣਿਆ। ਬਾਈ ਜੀ ਤੁਸੀਂ ਤਾਂ ਪਿੰਡ ਦੀ ਸੱਥ 'ਚ ਬੈਠੇ ਹੋਗੇ, ਤੁਸੀਂ ਇੱਕ ਦੱਸਿਆ ਕਿ ਪਿੰਡ 'ਚ ਸੱਥ ਬਣਾਈ ਹੈ, ਬੜੀ ਸੋਹਣੀ ਸੱਥ ਬਣਾਈ ਹੈ ਉੱਥੇ। ਹਾਂਜੀ, ਬਹਿੰਦੇ ਜਿੱਦਾਂ ਹੁਣ ਤਾਂ ਬਹਿੰਦੇ ਆ। ਪਹਿਲਾਂ ਜਦੋਂ ਬਚਪਨ ਸੀ, ਜਵਾਨੀ ਸੀ, ਉਦੋਂ ਜੋ ਬਹਿੰਦੇ ਸੀ ਸੱਥ ਨਾ ਪਿੱਪਲ ਥੱਲੇ, ਤੇ ਤਕਰੀਬਨ ਜਦੋਂ ਰੋਟੀ ਪਾਣੀ ਖਾਣਾ ਮੁੰਡਿਆਂ ਨੇ ਤੇ ਉੱਥੇ ਜੇ ਸਿਆਲ ਆ ਤੇ 6 ਵਜੇ ਤੋਂ ਜਾਣਾ ਸ਼ੁਰੂ ਕਰਨਾ, ਪਹਿਲਾਂ ਗਰਾਊਂਡ ਜਾਣਾ ਤੇ ਗਰਾਊਂਡ ਤੋਂ ਰੋਟੀ ਆ ਕੇ ਖਾ ਕੇ ਨਾਲ ਹੀ ਸੱਥ 'ਚ ਬੈਠੇ ਰਹਿਣਾ, 2 ਘੰਟੇ ਗੱਲਾਂ ਕਰਨੀਆਂ। ਤੇ ਉਹਦੇ ਨਾਲ ਤਕਰੀਬਨ ਪਤਾ ਲੱਗ ਜਾਂਦਾ ਸੀ, ਜਿਹੜਾ ਖਬਰਾਂ ਨਹੀਂ ਵੀ ਦੇਖਦਾ ਸੀ, ਕਿ ਪਿੰਡ ਦੀਆਂ ਖਬਰਾਂ ਤੋਂ ਲੈ ਕੇ ਆਪਦੇ ਸਮੂਹਿਕ ਖਬਰਾਂ ਤੋਂ ਲੈ ਕੇ ਦੇਸ਼ ਦੁਨੀਆ ਦੀਆਂ ਸਾਰੀਆਂ ਖਬਰਾਂ ਮਤਲਬ ਪਹੁੰਚ ਜਾਂਦੀਆਂ ਸੀਗੀਆਂ। ਵੀ ਸੱਥ ਨਾ ਹੀ ਸਾਥ ਦਾ ਹੈ ਨਾ, ਜਦੋਂ ਸਾਥ ਇੱਕ ਵਾਰੀ ਹੋਣ ਲੱਗ ਪਏ। ਤੇ ਦੂਜਾ ਮੈਨੂੰ ਇਹ ਮੈਂ ਸੁਨੇਹਾ ਦੇਣਾ ਚਾਹੁੰਦਾ ਵੀ
ਕੋਈ ਵੀ ਇਨੀਸ਼ੀਏਟਿਵ ਜਿਹੜਾ ਲੈ ਲੈਣਾ ਚਾਹੀਦਾ ਵਾ ਜਿੰਨੀ ਛੇਤੀ ਹੋਵੇ, ਕਿਉਂਕਿ ਮੇਰਾ ਇਹ ਮੰਨਣਾ ਵਾ ਕਿ ਸਾਨੂੰ ਕੰਮ ਜਿਹੜੇ ਕਰਨੇ ਨਹੀਂ ਪੈਂਦੇ, ਬਸ ਲੋਕਾਂ ਨੂੰ ਇਕੱਠੇ ਕਰ ਦਿਓ। ਕੰਮ ਤਾਂ ਸਾਰੇ ਹੀ ਕਰਦੇ ਆ, ਔਰ ਹਰ ਬੰਦਾ ਕਿਤੇ ਨਾ ਕਿਤੇ ਆਪਦੀ, ਜੇ ਸਪੈਸ਼ਲੀ ਇਹ ਸੰਘਰਸ਼ ਦੀ ਗੱਲ ਕਰੀਏ, ਹਰ ਬੰਦਾ ਆਪਦੇ ਆਪ ਲਈ ਆਇਆ ਹੋਇਆ, ਆਪਦੇ ਜ਼ਮੀਰ ਦੀ ਇੱਕ ਆਵਾਜ਼ ਸੁਣ ਕੇ ਆਇਆ ਹੋਇਆ। ਤੇ ਜਦੋਂ ਉਹ ਸਮੂਹਿਕ ਇੱਥੇ ਵਿਚਾਰ ਵਟਾਂਦਰਾ ਕਰਦੇ ਆ ਹੈ ਨਾ, ਤੇ ਉਹੀ ਆ ਵੀ ਜਿੱਦਾਂ 5 ਉਂਗਲਾਂ ਕੱਲੀਆਂ ਤੇ ਮੀਚਦੀ ਹੈ ਤੇ ਮੁੱਠ ਬਣ ਜਾਂਦੀ ਆ। ਇਹ ਮੁੱਠ ਆ ਹੁਣ ਸਰਕਾਰ ਦੇ ਦੇਖਦੇ ਵੀ, ਸਰਕਾਰ ਨੂੰ ਕਹਿੰਦੇ ਵੀ ਇਦਾਂ ਖੁੱਲ੍ਹੇ ਹੱਥਾਂ ਨਾਲ ਅਸੀਂ ਤੁਹਾਨੂੰ ਪ੍ਰਸ਼ਾਦਾ ਵੀ ਛਕਾ ਰਹੇ ਹਾਂ ਹੈ ਨਾ, ਹੱਥ ਵੀ ਬੰਨ ਰਹੇ ਹਾਂ ਵੀ ਆ ਕਾਲੇ ਕਾਨੂੰਨ ਜਿਹੜੇ ਆ ਇਹਨਾਂ ਨੂੰ ਵਾਪਸ ਲੈ ਲਓ। ਜੇ ਮੁੱਠੀ ਬਣ ਗਈ ਹੈ ਨਾ, ਤੇ ਉਹ ਦੋਹਾਂ ਧਿਰਾਂ ਲਈ ਕੋਈ ਬੜੀ ਸੂਝਵਾਨ ਗੱਲ ਨਹੀਂ ਗੀ। ਤੇ ਇੱਥੇ ਮੁੱਠ ਸਿਰਫ ਅਸੀਂ ਸੋਚ ਦੀ ਬਣਾ ਰਹੇ ਹਾਂ, ਨਾ ਕਿ ਜ਼ੋਰ ਦੀ। ਤੇ ਸੋਝੀ ਨਾਲ ਕਿਵੇਂ ਹੋਰ ਤਿੱਖੇ ਤਰੀਕੇ ਨਾਲ, ਹੋਰ ਸੂਖਮ ਤਰੀਕੇ ਨਾਲ ਇਹ ਗੱਲਾਂ ਜਿਹੜੀਆਂ ਸਰਕਾਰ ਤੱਕ ਪਹੁੰਚ ਸਕਣ। ਕਿੰਨੇ ਦਿਨਾਂ ਤੋਂ ਸੱਥ ਚੱਲ ਰਹੀ ਹੈ ਥੋੜਾ ਦੱਸ ਦਿਓ। ਸੱਥ ਨੂੰ ਹਜੇ 72 ਘੰਟੇ ਤੋਂ ਉੱਪਰ ਹੋ ਗਿਆ, ਤੇ ਵੀ ਸਾਨੂੰ ਜਦੋਂ ਅਸੀਂ ਖੜੇ ਸੀਗੇ ਉਹ ਤੋਂ 12 ਘੰਟਿਆਂ ਬਾਅਦ ਮਤਲਬ ਇਹ ਵਰਕਿੰਗ ਹੋ ਗਈ ਆ। ਤੇ ਇੰਨਾ ਸੋਚਿਆ ਨਹੀਂ ਸੀਗਾ ਵੀ ਇੰਨੀ ਛੇਤੀ ਮਤਲਬ ਇੱਕੋ ਦਮ ਬੂਮ ਕਰੂਗੀ ਇਹ। 12 ਘੰਟਿਆਂ 'ਚ ਕੁਝ ਫਰਕ ਪਿਆ ਕਿ ਸਰਕਾਰ ਦਾ ਫੈਸਲਾ ਕੁਝ ਰਵੱਈਏ ਵਾਰ ਬਦਲਦਾ ਪਿਆ ਕਿ ਨਹੀਂ ਬਦਲਦਾ ਪਿਆ? ਕੁਝ ਸੋਚ ਇੱਦਾਂ ਦੀ ਆਈ ਕਿਸਾਨਾਂ ਦੀ? ਮੈਨੂੰ ਲੱਗਦਾ ਵੀ ਜੇ ਸਰਕਾਰ ਨੇ 3 ਮਹੀਨਿਆਂ ਤੋਂ ਸਾਨੂੰ ਨਹੀਂ ਸੁਣਿਆ ਹੈ ਨਾ, ਇਹਦਾ ਮਤਲਬ ਉਹ ਗੂੰਗੀ ਹੈ। ਗੂੰਗੀ ਤਾਂ ਹੈਗੀ ਆ, ਬਹਿਰੀ ਵੀ ਆ। ਤੇ ਜੇ ਉਹਨਾਂ ਨੂੰ ਦਿਖ ਨਹੀਂ ਰਿਹਾ ਤੇ ਮੈਨੂੰ ਲੱਗਦਾ ਵੀ ਅੰਨੀ ਵੀ ਆ ਹੈ ਨਾ। ਸੋ ਵੀ ਇਹ ਜੇ ਚੱਲ ਰਿਹਾ ਵਾ, ਮੈਨੂੰ ਇਹ ਲੱਗਦਾ ਹੁੰਦਾ ਵੀ ਕੋਈ ਵੀ ਕੰਮ ਜਿਹੜਾ ਬਿਲਕੁਲ ਇੰਪੈਕਟਫੁਲ ਹੁੰਦਾ ਉਹ ਇੱਕਦਮ ਨਹੀਂ ਹੁੰਦਾਗਾ। ਸੋ ਹੌਲੀ ਹੌਲੀ ਆ। ਤੇ ਜਦੋਂ ਹੁਣ ਸ਼ਾਮ ਨੂੰ ਇੱਥੇ ਵੀ 8 ਤੋਂ 10 ਜਿਹੜੀ ਮੀਟਿੰਗ ਵੀ ਹੁੰਦੀ ਆ, ਉਹਦੇ ਵਿੱਚ ਹੁਣ ਸਾਡਾ ਪਹਿਲਾਂ ਹੀ ਲੀਡਰਾਂ ਦੇ ਜਿਹੜੇ ਆਗੂ ਸੀਗੇ ਕਿਸਾਨ ਯੂਨੀਅਨ ਦੇ, ਉਹਨਾਂ ਦੀ ਸ਼ਕਲਾਂ ਵੀ ਨਹੀਂ ਦੇਖੀਆਂ। ਹੁਣ ਜਿੱਦਾਂ ਉਹਨਾਂ ਨੂੰ ਪਤਾ ਲੱਗ ਰਿਹਾ ਤੇ ਉਹ ਆ ਰਹੇ ਇੱਥੇ, ਤੇ ਸੰਘਰਸ਼ ਤਿੱਖਾ ਹੋ ਰਿਹਾ। ਤੇ ਇਹ ਕਿਤੇ ਨਾ ਕਿਤੇ ਜਿਹੜੀ ਮੇਨ ਆ ਜਿਹੜੀ એનર્ਜੀ ਜਿਹੜੀ ਯੂਥ ਦੀ ਆ ਉਹਨੂੰ ਯੂਟਿਲਾਈਜ਼ ਕਰ ਰਿਹਾ। ਔਰ ਜਿਹੜੇ ਬੰਦੇ ਐਜੂਕੇਟਡ ਆ ਉਹ ਆ ਕੇ ਇੱਥੇ ਪੜ੍ਹਾਉਂਦੇ ਆ ਹੈ ਨਾ, ਦੱਸਦੇ ਆ, ਇਹ ਸਾਰੇ ਕੰਮ ਸਾਂਭਦੇ ਆ। ਤੇ ਜਿਹੜੇ ਬੰਦੇ ਪੜ੍ਹਨ ਦੇ ਸ਼ੌਕੀਨ ਆ ਉਹ ਆ ਕੇ ਪੈਂਦੇ ਆ, ਪੜ੍ਹਦੇ ਆ। ਸੋ ਕੁੱਲ ਮਿਲਾ ਕੇ ਵੀ ਜਿਹੜੇ ਆਪਾਂ, ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਆਪਾਂ ਸੰਘਰਸ਼ ਦਾ ਜਾਂ ਕਿਸੇ ਚੀਜ਼ ਦਾ ਹਿੱਸਾ ਬਣ ਕੇ ਉਹਨੂੰ ਅੱਗੇ ਨਹੀਂ ਤੋਰ ਸਕਦੇ ਤੇ ਸਾਨੂੰ ਵਿਹਲੇ ਚੁੱਪ ਕਰਕੇ ਖੂੰਜੇ ਬਹਿ ਜਾਣਾ ਚਾਹੀਦਾ। ਪਰ ਇੱਥੇ ਬੰਦੇ ਆਪ ਗੋਸ਼ਟੀਆਂ ਕਰਕੇ, ਗੱਲਬਾਤ ਕਰਕੇ ਕਿਤੇ ਨਾ ਕਿਤੇ ਸਾਰੇ ਦੇ ਸਾਰੇ ਇਹੀ ਸੋਚਦੇ ਆ, ਜਿੰਨੀਆਂ ਕਿ ਮੈਂ ਇੱਥੇ ਵਿਚਾਰਾਂ ਸੁਣੀਆਂ, ਕਿ ਕਿਵੇਂ ਕਿਸਾਨ ਜਥੇਬੰਦੀਆਂ ਨੂੰ ਮੋਢਾ ਲਾਇਆ ਜਾਵੇ, ਉਹਨਾਂ ਨੂੰ ਅੱਗੇ ਤੋਰਿਆ ਜਾਵੇ ਤੇ ਇਹਦਾ ਇੱਕ ਜਿਹੜਾ ਨਤੀਜਾ ਵਾ ਉਹ ਛੇਤੀ ਤੋਂ ਛੇਤੀ ਨਿਕਲੇ। ਬਾਜਵਾ ਜੀ ਕੋਈ ਪੂਰਾ ਨਾਮ ਦੱਸ ਦਿਓ ਕਿਸੇ? ਇੰਦਰ ਬਾਜਵਾ। ਇੰਦਰ ਬਾਜਵਾ। ਸੋ ਇੰਦਰ ਬਾਜਵਾ ਜੀ ਵੱਲੋਂ ਇਹ ਸੱਥ ਬਣਾਈ ਗਈ, ਕੁਝ ਕਹਿਣਾ ਚਾਹੁੰਦੇ ਨੇ? ਹਾਂ, ਵੀ ਇਹ ਸਾਂਝੀ ਸੱਥ ਆ ਤੇ ਸਾਰਿਆਂ ਦੀ ਸਾਂਝੀ ਆ। ਜਿਹੜਾ ਵੀ ਆਊਗਾ ਉਹਦਾ ਮੋਸਟ ਵੈਲਕਮ ਆ। ਤੇ ਇੱਥੇ ਸਾਨੂੰ ਵਲੰਟੀਅਰਸ ਦੀ ਬਹੁਤ ਲੋੜ ਆ, ਕਿਉਂਕਿ ਜਿੱਦਾਂ ਤੁਹਾਨੂੰ ਬੜਵਾ ਸਾਹਿਬ ਨੇ ਦੱਸਿਆ ਪਹਿਲਾਂ ਹੀ ਵੀ ਡਿਸਪਲਿਨ ਕਮੇਟੀ ਆ ਹੈ ਨਾ, ਕਬੱਡੀ ਵਾਲੇ ਮੁੰਡੇ ਵੀ ਨਾਲ ਆ ਸਾਡੇ। ਤੇ ਫਿਰ ਵੀ ਸਾਨੂੰ ਬਹੁਤ ਸਾਰੇ ਵਲੰਟੀਅਰਸ ਦੀ ਲੋੜ ਆ ਹੈ ਨਾ। ਜਿਵੇਂ ਹੁਣ ਆਪਣਾ ਟਰਾਲੀ ਟਾਈਮ ਸ਼ੁਰੂ ਹੋ ਗਿਆ, ਉਹਦੀ ਡਿਸਟ੍ਰੀਬਿਊਸ਼ਨ ਕਰਨੀ ਹੁੰਦੀ ਆ। ਬਿਲਕੁਲ, ਅਸੀਂ ਉੱਤੇ ਵੀ ਸਟੋਰੀ ਕਰਾਂਗੇ। ਸੋ ਇੱਕ ਵਾਰੀ ਤਸਵੀਰਾਂ ਦਿਖਾ ਦਿੰਦੇ ਆ। ਇਹ ਸੱਥ ਜਿਹੜੀ ਆ ਬਣੀ ਹੋਈ ਆ, ਸੋ ਕਿਸਾਨਾਂ ਦੇ ਲਈ ਇਹ ਸੱਥ ਬਣਾਈ ਗਈ ਹੈ। ਇੱਥੇ ਹਰ ਕੋਈ ਆ ਸਕਦਾ, ਆਪਣੇ ਵਿਚਾਰ ਜਿਹੜੇ ਆ ਸਾਂਝੇ ਕਰ ਸਕਦਾ। ਸੋ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕਰਤੀ ਹੈ ਕਿ ਤੁਸੀਂ ਜਿਹੜਾ ਵਾ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਜਿਸ ਤਰ੍ਹਾਂ ਜ਼ੋਰ ਲਗਾਇਆ ਹੈ ਵਾ, ਸੋ ਇਸ ਸੱਥ ਦੇ ਵਿੱਚ ਆਓ, ਇੱਥੇ ਆ ਕੇ ਕਿਤਾਬਾਂ ਪੜ੍ਹੋ, ਮੈਗਜ਼ੀਨਾਂ ਰੱਖੀਆਂ ਉਸ ਨੂੰ ਪੜ੍ਹੋ, ਤਾਂ ਕਿ ਉਸ ਨੂੰ ਪੜ੍ਹ ਕੇ ਹੀ ਅਸੀਂ ਜਿਹੜੀ ਇਹ ਜੰਗ ਜਿਹੜੀ ਆ ਇਹ ਜਿੱਤ ਸਕਦੇ ਹਾਂ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦਰ, ਜਗਬਾਣੀ TV।